ਮੇਰੀ ਭਾਬੀ ਰੋਜ਼ ਮੇਰੇ ਕੋਲੋਂ 1 ਕਿਲੋ ਮਸਰ ਦੀ ਦਾਲ ਮੰਗਵਾਉਂਦੀ ਸੀ, ਪਰ ਉਸ ਸਮੇਂ ਮੈਂ ਬਹੁਤ ਹੈਰਾਨ ਹੋ ਜਾਂਦੀ ਜਦ ਭਾਬੀ ਉਸ ਦਾਲ ਨੂੰ ਪਕਾਏ ਬਿਨਾਂ ਹੀ ਆਪਣੇ ਕਮਰੇ ਵਿੱਚ ਲੈ ਜਾਂਦੀ ਤੇ ਜਦੋਂ ਬਾਹਰ ਨਿਕਲਦੀ ਤਾਂ ਲੰਗੜਾ ਕੇ ਚੱਲਦੀ ਤੇ ਕਹਿੰਦੀ ਕਿ ਦਾਲ ਬਹੁਤ ਚੰਗੀ ਸੀ। ਇੱਕ ਦਿਨ ਭਾਬੀ ਦਾ ਰਾਜ਼ ਜਾਣਨ ਲਈ ਮੈਂ ਆਪਣੀ ਛੋਟੀ ਭੈਣ ਨੂੰ ਭਾਬੀ ਦੇ ਕਮਰੇ ਵਿੱਚ ਛੁਪਾ ਦਿੱਤਾ। ਕੁਝ ਦੇਰ ਬਾਅਦ ਜਦੋਂ ਮੇਰੀ ਭੈਣ ਵੀ ਲੰਗੜਾਉਂਦੇ ਹੋਏ ਬਾਹਰ ਨਿਕਲੀ ਤਾਂ ਮੇਰੀ ਤਾਂ ਜਾਨ ਹੀ ਨਿਕਲ ਗਈ। ਅੱਜ ਸ਼ੀਤਲ ਭਾਬੀ ਨੇ ਮੈਥੋਂ 1 ਕਿਲੋ ਦਾਲ ਮੰਗਵਾਈ ਸੀ। ਮੈਂ ਜਿਵੇਂ ਹੀ ਦਾਲ ਲੈ ਕੇ ਘਰ ਪਹੁੰਚੀ ਤਾਂ ਭਾਬੀ ਨੇ ਮੇਰੇ ਕੋਲੋਂ ਥੈਲਾ ਲੈ ਲਿਆ ਤੇ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਹੈਰਾਨ ਰਹਿ ਗਈ ਕਿ ਭਾਬੀ ਨੂੰ ਕੀ ਹੋਇਆ। ਹਾਲੇ ਅੱਧਾ ਘੰਟਾ ਹੀ ਹੋਇਆ ਹੋਣਾ ਏ ਕਿ ਮੇਰਾ ਭਰਾ ਆਫਿਸ ਤੋਂ ਜਲਦੀ ਘਰ ਆ ਗਿਆ। ਉਸ ਦੀ ਤਬੀਅਤ ਖਰਾਬ ਸੀ ਤੇ ਮੈਂ ਆਪਣੇ ਕਮਰੇ ਵਿੱਚ ਹੀ ਬੈਠੀ ਸੀ। ਭਰਾ ਨੂੰ ਦੇਖ ਕੇ ਮੈਂ ਛੇਤੀ ਉੱਠ ਕੇ ਉਹਨਾਂ ਕੋਲ ਗਈ। ਮੈਨੂੰ ਉਹਨਾਂ ਦੀ ਫਿਕਰ ਹੋ ਰਹੀ ਸੀ, ਪਰ ਉਹ ਬੋਲੇ ਥੋੜੀ ਦੇਰ ਆਰਾਮ ਕਰਾਂਗਾ ਤਾਂ ਠੀਕ ਹੋ ਜਾਵਾਂਗਾ। ਫਿਰ ਉਹਨਾਂ ਨੇ ਆਪਣੇ ਕਮਰੇ ਵਿੱਚ ਜਾਣ ਲਈ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ਾ ਅੰਦਰ ਤੋਂ ਬੰਦ ਸੀ। ਭਰਾ ਨੂੰ ਕੁਝ ਸ਼ੱਕ ਹੋਇਆ ਤਾਂ ਭਰਾ ਨੇ ਦਰਵਾਜ਼ਾ ਖੜਕਾਇਆ, ਪਰ ਫਿਰ ਵੀ ਕਮਰੇ 'ਚੋਂ ਭਾਬੀ ਦੀ ਕੋਈ ਵੀ ਆਵਾਜ਼ ਨਹੀਂ ਆ ਰਹੀ ਸੀ। ਭਰਾ ਨੇ ਮੈਨੂੰ ਘੂਰ ਕੇ ਦੇਖਿਆ ਤੇ ਪੁੱਛਿਆ ਸ਼ੀਤਲ ਕਿੱਥੇ ਹੈ ਤੇ ਦਰਵਾਜ਼ਾ ਅੰਦਰੋਂ ਕਿਉਂ ਬੰਦ ਹੈ। ਮੈਂ ਘਬਰਾ ਗਈ ਤੇ ਬੋਲੀ ਵੀਰੇ ਭਾਬੀ ਤਾਂ ਕਮਰੇ ਵਿੱਚ ਹੀ ਹੈ, ਸ਼ਾਇਦ ਅੱਖ ਲੱਗ ਗਈ ਹੋਵੇਗੀ, ਹੋ ਸਕਦਾ ਹੈ ਭਾਬੀ ਆਰਾਮ ਕਰ ਰਹੀ ਹੋਵੇ। ਭਰਾ ਨੇ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਇਆ ਅਤੇ ਬੋਲੇ ਸ਼ੀਤਲ ਦਰਵਾਜ਼ਾ ਖੋਲ੍ਹੋ, ਜਲਦੀ ਕਰੋ। ਪਰ ਭਾਬੀ ਨੇ ਕੋਈ ਆਵਾਜ਼ ਨਹੀਂ ਦਿੱਤੀ। ਮੈਂ ਭਰਾ ਦਾ ਹੱਥ ਫੜ ਕੇ ਉਹਨਾਂ ਨੂੰ ਬਾਹਰ ਵਿਹੜੇ ਵਿੱਚ ਲੈ ਗਈ ਤੇ ਬੋਲੀ ਤੁਸੀਂ ਇੱਥੇ ਬੈਠੋ, ਮੈਂ ਖੁਲਵਾਉਂਦੀ ਹਾਂ ਦਰਵਾਜ਼ਾ। ਹੁਣ ਮੈਂ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਕਿਹਾ ਕਿ ਭਾਬੀ ਦਰਵਾਜ਼ਾ ਖੋਲ੍ਹੋ, ਵੀਰਾ ਆਰਾਮ ਕਰਨ ਲਈ ਆਇਆ ਹੈ। ਉਸ ਦੀ ਤਬੀਅਤ ਕੁਝ ਠੀਕ ਨਹੀਂ ਹੈ, ਪਰ ਅੰਦਰ ਐਨੀ ਸ਼ਾਂਤੀ ਸੀ ਕਿ ਕੋਈ ਹਲਚਲ ਨਹੀਂ ਹੋ ਰਹੀ ਸੀ। ਮੈਂ ਭਰਾ ਕੋਲ ਜਾ ਕੇ ਬੈਠ ਗਈ। ਉਸ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਰਿਹਾ ਸੀ। ਮੈਂ ਬੋਲੀ ਵੀਰੇ ਤੁਸੀਂ ਮੇਰੇ ਕਮਰੇ ਵਿੱਚ ਆਰਾਮ ਕਰ ਲਓ, ਹੋ ਸਕਦਾ ਹੈ ਭਾਬੀ ਸੌਂ ਗਈ ਹੋਵੇ, ਨਿਸ਼ਾ ਵੀ ਤਾਂ ਸੌਂ ਹੀ ਰਹੀ ਹੈ ਨਾ। ਭਰਾ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ। ਮੈਨੂੰ ਬੋਲੇ ਕਿ ਤੂੰ ਵੀ ਜਾ ਕੇ ਆਰਾਮ ਕਰ ਲੈ, ਪਰ ਮੈਂ ਭਰਾ ਕੋਲ ਹੀ ਬੈਠੀ ਰਹੀ। ਉਦੋਂ ਹੀ ਭਰਾ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਭਾਬੀ ਲੰਗੜਾਉਂਦੀ ਹੋਈ ਬਾਹਰ ਨਿਕਲਣ ਲੱਗੀ। ਭਰਾ ਇੱਕਦਮ ਗੁੱਸੇ ਨਾਲ ਬੋਲਿਆ ਤੇ ਭਾਬੀ ਨੂੰ ਚੀਕਦੇ ਹੋਏ ਬੋਲੇ ਕਮਰਾ ਅੰਦਰ ਤੋਂ ਬੰਦ ਕਿਉਂ ਸੀ? ਕੀ ਤੂੰ ਨਹੀਂ ਜਾਣਦੀ ਕਿ ਮੈਂ ਆਪਣੀਆਂ 2 ਮਾਸੂਮ ਭੈਣਾਂ ਨੂੰ ਤੇਰੇ ਹਵਾਲੇ ਕਰਕੇ ਕੰਮ ਲਈ ਬਾਹਰ ਨਿਕਲਦਾ ਹਾਂ? ਤੂੰ ਤਾਂ ਹਰ ਰੋਜ਼ ਹੀ ਇਹ ਸਭ ਕਰਦੀ ਹੋਵੇਂਗੀ ਨਾ। ਤੂੰ ਮੇਰੀਆਂ ਭੈਣਾਂ ਨੂੰ ਆਪਣਾ ਸਮਝਿਆ ਹੀ ਨਹੀਂ। ਮੈਂ ਖੁਦ 16 ਸਾਲ ਦੀ ਘੱਟ ਉਮਰ ਦੀ ਡਰਪੋਕ ਕੁੜੀ ਸੀ। ਭਰਾ ਦੇ ਗੁੱਸੇ ਨੂੰ ਦੇਖ ਕੇ ਮੈਂ ਖੁਦ ਹੀ ਡਰ ਗਈ ਸੀ, ਪਰ ਫਿਰ ਵੀ ਮੈਂ ਅੱਗੇ ਵਧੀ ਤੇ ਬੋਲੀ ਵੀਰੇ ਤੁਸੀਂ ਗਲਤ ਸੋਚ ਰਹੇ ਹੋ। ਭਾਬੀ ਨੇ ਸਾਨੂੰ ਕਦੇ ਵੀ ਪਰਾਇਆ ਨਹੀਂ ਸਮਝਿਆ, ਉਹ ਮਾਂ ਵਾਂਗੂ ਹੀ ਸਾਡੇ ਦੋਵਾਂ ਦਾ ਖਿਆਲ ਰੱਖਦੀ ਹੈ। ਸ਼ਾਇਦ ਅੱਜ ਭਾਬੀ ਦੀ ਤਬੀਅਤ ਖਰਾਬ ਹੋਣੀ ਹੈ, ਇਸ ਲਈ ਹੀ ਸੌਂ ਗਈ ਹੋਵੇਗੀ। ਮੇਰੀ ਗੱਲ ਸੁਣ ਕੇ ਮੇਰੇ ਭਰਾ ਨੇ ਮੇਰੇ ਸਿਰ ਤੇ ਹੱਥ ਫੇਰਿਆ ਤੇ ਖੁਦ ਆਪਣੇ ਕਮਰੇ ਵਿੱਚ ਚਲੇ ਗਏ। ਭਾਬੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਤੇ ਭਾਬੀ ਨੇ ਮੈਨੂੰ ਗਲ ਨਾਲ ਲਾ ਲਿਆ। ਉਹ ਬੋਲੀ ਥੈਂਕਸ ਸੁਨੇਹਾ। ਮੈਂ ਕਿਹਾ ਥੈਂਕਸ ਨੂੰ ਮਾਰੋ ਗੋਲੀ, ਛੇਤੀ ਕਰੋ ਰਸੋਈ ਵਿੱਚ ਚੱਲ ਕੇ ਦਾਲ ਬਣਾਉਣੇ ਆ। ਭਾਬੀ ਇੱਕ ਪਲ ਲਈ ਪਰੇਸ਼ਾਨ ਹੋ ਗਈ। ਉਹ ਬੋਲੀ ਸੁਨੇਹਾ ਦਾਲ ਤਾਂ ਮੈਂ ਖਾ ਲਈ, ਤੂੰ ਆਪਣੇ ਕਮਰੇ ਵਿੱਚ ਜਾ ਕੇ ਪੜ੍ਹਾਈ ਕਰ। ਭਾਬੀ ਲੰਗੜਾਉਂਦੇ ਹੋਏ ਰਸੋਈ ਵਿੱਚ ਚਲੇ ਗਏ। ਮੈਂ ਹੈਰਾਨ ਹੋ ਕੇ ਉੱਥੇ ਹੀ ਖੜੀ ਸੀ ਕਿ ਭਾਬੀ ਨੇ ਮੈਨੂੰ ਝੂਠ ਕਿਉਂ ਬੋਲਿਆ ਕਿ ਦਾਲ ਖਾ ਲਈ ਹੈ, ਕਿਉਂਕਿ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਉਹ ਕੱਚੀ ਦਾਲ ਆਪਣੇ ਕਮਰੇ ਵਿੱਚ ਲੈ ਕੇ ਗਈ ਸੀ। ਮੈਂ ਆਪਣੇ ਕਮਰੇ ਵਿੱਚ ਆ ਗਈ ਤੇ ਪੜ੍ਹਦੇ ਪੜ੍ਹਦੇ ਪਤਾ ਨਹੀਂ ਕਦੋਂ ਅੱਖ ਲੱਗ ਗਈ ਤੇ ਸਵੇਰੇ ਘਬਰਾਉਂਦੇ ਹੋਏ ਅਚਾਨਕ ਮੇਰੀ ਅੱਖ ਖੁੱਲ੍ਹੀ। ਮੇਰੇ ਨਾਲ ਨਾਲ ਨਿਸ਼ਾ ਵੀ ਉੱਠ ਗਈ ਸੀ ਤੇ ਅਸੀਂ ਦੋਵੇਂ ਰਸੋਈ ਵਿੱਚ ਜਾ ਕੇ ਭਾਬੀ ਦੀ ਮਦਦ ਕਰਨ ਲੱਗੇ। ਅੱਜ ਭਾਬੀ ਵੀ ਮੈਨੂੰ ਬੜੀ ਬੇਚੈਨ ਜਿਹੀ ਤੇ ਖੋਈ ਜਿਹੀ ਲੱਗ ਰਹੀ ਸੀ। ਭਰਾ ਵੀ ਰਸੋਈ ਵਿੱਚ ਆ ਚੁੱਕੇ ਸਨ। ਹੁਣ ਭਰਾ ਵੀ ਰਿਲੈਕਸ ਲੱਗ ਰਹੇ ਸਨ, ਭਾਬੀ ਨਾਲ ਆਰਾਮ ਨਾਲ ਗੱਲ ਕਰ ਰਹੇ ਸਨ। ਮੈਂ ਇਹ ਸੋਚ ਕੇ ਇਹ ਸਭ ਨਜ਼ਰ ਅੰਦਾਜ਼ ਕਰ ਦਿੱਤਾ ਕਿ ਇਹ ਸਭ ਮੇਰਾ ਵਹਿਮ ਹੀ ਹੋਵੇਗਾ। ਮੈਂ ਛੇਤੀ ਕਾਲਜ ਲਈ ਤਿਆਰ ਹੋ ਗਈ ਤੇ ਵੀਰੇ ਨਾਲ ਹੀ ਚਲੀ ਗਈ ਸੀ। ਉਹ ਆਫਿਸ ਜਾਂਦੇ ਹੋਏ ਮੈਨੂੰ ਵੀ ਨਾਲ ਹੀ ਲੈ ਜਾਂਦੇ ਸਨ। ਮੈਂ ਤੇ ਨਿਸ਼ਾ ਇੱਕੋ ਹੀ ਕਾਲਜ ਵਿੱਚ ਹੀ ਪੜ੍ਹਦੇ ਸੀ। ਉਸ ਦੇ ਫਸਟ ਈਅਰ ਦੇ ਐਗਜ਼ਾਮ ਹੋ ਚੁੱਕੇ ਸਨ, ਇਸ ਲਈ ਉਸ ਦੀਆਂ ਛੁੱਟੀਆਂ ਚੱਲ ਰਹੀਆਂ ਸਨ, ਜਦ ਕਿ ਮੈਂ ਸੈਕੰਡ ਈਅਰ ਵਿੱਚ ਸੀ। ਮੇਰੇ ਐਗਜ਼ਾਮ ਹਾਲੇ 3 ਮਹੀਨੇ ਬਾਕੀ ਸਨ।
ਘਰ ਤੋਂ ਕਾਲਜ ਜਾਣ ਲਈ ਬੱਸ ਦਾ ਸਫ਼ਰ ਕਰਦੀ ਸੀ। ਮੈਂ ਜਿਵੇਂ ਹੀ ਘਰ ਪਹੁੰਚੀ ਤਾਂ ਮੈਨੂੰ ਲੱਗਿਆ ਹੀ ਸੀ ਕਿ ਜਿਹੜੀ ਭਾਬੀ ਮੇਰੀ ਉਡੀਕ ਵਿੱਚ ਬੈਠੀ ਹੋਵੇਗੀ ਉਹ ਮੈਨੂੰ ਦੇਖ ਕੇ ਫੌਰਨ ਕਹਿਣ ਲੱਗੀ ਕਿ ਸੁਨੇਹਾ ਛੇਤੀ ਯੂਨੀਫਾਰਮ ਬਦਲ ਲਵੋ ਤਾਂ ਮੈਨੂੰ ਕਿਲੋ ਦਾਲ ਲਿਆ ਕੇ ਦਿਓ। ਫਿਰ ਉਹ ਆਪਣੇ ਕਮਰੇ ਵਿੱਚ ਪੈਸੇ ਲੈਣ ਚਲੀ ਗਈ। ਭਾਬੀ ਦੀ ਲੰਗੜਾਹਟ ਵੀ ਖਤਮ ਹੋ ਚੁੱਕੀ ਸੀ। ਮੈਂ ਛੇਤੀ ਹੱਥ ਮੂੰਹ ਧੋ ਕੇ ਭਾਬੀ ਕੋਲ ਆ ਗਈ। ਮੈਂ ਸ਼ੀਤਲ ਭਾਬੀ ਤੋਂ ਪੈਸੇ ਲੈ ਕੇ 1 ਕਿਲੋ ਦਾਲ ਲੈ ਆਈ। ਅੱਜ ਮੈਂ ਭਾਬੀ ਨੂੰ ਥੈਲਾ ਫੜਾਉਂਦੇ ਹੋਏ ਕਿਹਾ, ਭਾਬੀ ਅੱਜ ਪਲੀਜ਼ ਦਾਲ ਚਾਵਲ ਬਣਾ ਲੈਣਾ। ਮੇਰੀ ਭਾਬੀ ਦਾ ਰੰਗ ਫਿੱਕਾ ਪੈ ਗਿਆ ਸੀ। ਫਿਰ ਉਹ ਹਾਂ ਵਿੱਚ ਸਿਰ ਹਿਲਾ ਕੇ ਆਪਣੇ ਕਮਰੇ ਵਿੱਚ ਚਲੀ ਗਈ। ਮੈਨੂੰ ਇੱਕਦਮ ਅਜੀਬ ਜਿਹਾ ਲੱਗਿਆ ਕਿ ਇਵੇਂ ਕਿਵੇਂ ਹੋ ਸਕਦਾ ਹੈ ਕਿ ਕੱਚੀ ਦਾਲ ਆਪਣੇ ਕਮਰੇ ਵਿੱਚ ਕੌਣ ਲੈ ਕੇ ਜਾਂਦਾ ਹੈ। ਫਿਰ ਮੈਂ ਇਹ ਸਭ ਸੋਚਦੇ ਹੋਏ ਆਪਣੇ ਕਮਰੇ ਵਿੱਚ ਆ ਗਈ ਤੇ ਪੜ੍ਹਨ ਲੱਗੀ। ਸ਼ਾਮ ਵੇਲੇ ਭਰਾ ਆਫਿਸ ਤੋਂ ਆਏ ਤਾਂ ਸਾਡੇ ਲਈ ਖਾਣ ਪੀਣ ਦਾ ਸਮਾਨ ਲੈ ਕੇ ਆਏ। ਭਰਾ ਦੀ ਆਵਾਜ਼ ਸੁਣ ਕੇ ਭਾਬੀ ਆਪਣੇ ਕਮਰੇ ਵਿੱਚੋਂ ਨਿਕਲ ਕੇ ਬਾਹਰ ਆ ਗਈ। ਹੁਣ ਵੀ ਉਹ ਲੰਗੜਾ ਕੇ ਚੱਲ ਰਹੀ ਸੀ। ਮੈਂ ਹੈਰਾਨ ਸੀ ਕਿ ਥੋੜੀ ਦੇਰ ਪਹਿਲਾਂ ਤਾਂ ਭਾਬੀ ਦੀ ਲੰਗੜਾਹਟ ਖਤਮ ਹੋ ਗਈ ਸੀ, ਹੁਣ ਉਹ ਫਿਰ ਤੋਂ ਲੰਗੜਾ ਰਹੀ ਹੈ। ਮੈਨੂੰ ਭਾਬੀ ਤੇ ਸ਼ੱਕ ਹੋਇਆ, ਕਿਤੇ ਵੀਰੇ ਨੂੰ ਦਿਖਾਉਣ ਲਈ ਨਾਟਕ ਤਾਂ ਨਹੀਂ ਕਰਦੀ। ਪਰ ਜਦੋਂ ਮੈਂ ਭਾਬੀ ਦੇ ਚਿਹਰੇ ਵੱਲ ਦੇਖਿਆ ਤਾਂ ਸਾਫ਼-ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਬਹੁਤ ਤਕਲੀਫ ਵਿੱਚ ਹੈ। ਮੈਂ ਆਪਣੀ ਸੋਚ ਨੂੰ ਫੌਰਨ ਬਦਲਿਆ ਤੇ ਭਾਬੀ ਕੋਲ ਗਈ ਤੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਪੈਰ ਨੂੰ ਕੀ ਹੋਇਆ ਹੈ, ਤਾਂ ਉਹ ਚੁੱਪ ਬੈਠ ਗਈ। ਭਰਾ ਨੂੰ ਬਹੁਤ ਭੁੱਖ ਲੱਗੀ ਸੀ, ਇਸ ਲਈ ਭਾਬੀ ਫਟਾਫਟ ਰਸੋਈ ਵਿੱਚ ਚਲੀ ਗਈ ਤੇ ਮੈਂ ਅਕਸਰ ਰਸੋਈ ਵਿੱਚ ਭਾਬੀ ਦੀ ਮਦਦ ਕਰਦੀ ਸੀ। ਅੱਜ ਵੀ ਉਹਨਾਂ ਦੀ ਮਦਦ ਲਈ ਰਸੋਈ ਵਿੱਚ ਚਲੀ ਗਈ। ਮੈਂ ਕਿਹਾ, ਭਾਬੀ ਦਾਲ ਚਾਵਲ ਬਾਰੇ ਸੋਚ ਕੇ ਹੀ ਬੜੀ ਭੁੱਖ ਲੱਗ ਰਹੀ ਹੈ। ਭਾਬੀ ਨੇ ਮੇਰੇ ਵੱਲ ਬੜੀ ਅਜੀਬ ਨਜ਼ਰਾਂ ਨਾਲ ਦੇਖਿਆ ਤੇ ਫਿਰ ਬੋਲੀ, ਅੱਜ ਤਾਂ ਮੈਂ ਆਲੂ ਦੀ ਸਬਜ਼ੀ ਬਣਾਈ ਹੈ, ਦਾਲ ਤਾਂ ਮੈਂ ਕਦੋਂ ਦੀ ਖਾ ਗਈ। ਬਹੁਤ ਹੀ ਵਧੀਆ ਦਾਲ ਸੀ। ਇਹ ਸੁਣ ਕੇ ਮੈਂ ਤਾਂ ਹੱਕੀ ਬੱਕੀ ਰਹਿ ਗਈ। ਇੱਕਦਮ ਹੀ ਮੇਰਾ ਦਿਲ ਭਰ ਆਇਆ ਤੇ ਮੈਂ ਸਭ ਕੁਝ ਛੱਡ ਕੇ ਆਪਣੇ ਕਮਰੇ ਵਿੱਚ ਆ ਗਈ। ਮੈਂ ਆਪਣੀਆਂ ਸੋਚਾਂ ਵਿੱਚ ਹੀ ਗੁੰਮ ਸੀ, ਪਰ ਨਿਸ਼ਾ ਨੂੰ ਦੇਖ ਕੇ ਇੱਕਦਮ ਚੌਂਕ ਗਈ ਕਿਉਂਕਿ ਉਹ ਆਪਣੀ ਪੁਰਾਣੀ ਫਸਟ ਈਅਰ ਦੀ ਕਿਤਾਬ ਖੋਲੀ ਬੈਠੀ ਸੀ। ਮੈਂ ਉਸ ਨੂੰ ਕਿਹਾ ਕਿ ਜਦੋਂ ਪੜ੍ਹਨ ਦੇ ਦਿਨ ਸੀ ਉਦੋਂ ਤਾਂ ਤੂੰ ਪੜ੍ਹੀ ਨਹੀਂ, ਹੁਣ ਕੀ ਫਾਇਦਾ ਇਸ ਪੜ੍ਹਾਈ ਦਾ। ਮੈਂ ਨਿਸ਼ਾ ਤੋਂ ਕਿਤਾਬ ਖੋਹਣ ਲਈ ਹੱਥ ਅੱਗੇ ਕੀਤਾ ਤਾਂ ਉਸਨੇ ਮੇਰਾ ਹੱਥ ਫੜ ਲਿਆ ਤੇ ਇੱਕਦਮ ਗੁੱਸੇ ਨਾਲ ਬੋਲੀ, ਕਦੇ ਤਾਂ ਮੇਰੀ ਜਾਨ ਬਖਸ਼ ਦਿਆ ਕਰੋ, ਹਰ ਵਕਤ ਮੇਰੀ ਮਾਂ ਬਣਨ ਦੀ ਕੋਸ਼ਿਸ਼ ਨਾ ਕਰਿਆ ਕਰੋ। ਤੂੰ ਮੇਰੇ ਨਾਲੋਂ ਸਿਰਫ 2 ਸਾਲ ਵੱਡੀ ਹੈ, 20 ਸਾਲ ਨਹੀਂ, ਜੋ ਮੇਰੇ ਹਰ ਮਾਮਲੇ ਵਿੱਚ ਲੱਤ ਅੜਾਉਂਦੀ ਫਿਰਦੀ ਹੈ। ਮੈਨੂੰ ਨਿਸ਼ਾ ਤੋਂ ਇਸ ਤਰ੍ਹਾਂ ਦੇ ਵਰਤਾਵ ਦੀ ਉਮੀਦ ਬਿਲਕੁਲ ਨਹੀਂ ਸੀ। ਨਿਸ਼ਾ ਨੇ ਤਾਂ ਕਦੇ ਮੇਰੇ ਨਾਲ ਅਜਿਹੀ ਗੱਲ ਨਹੀਂ ਕੀਤੀ ਸੀ। ਮੈਂ ਉਸ ਨੂੰ ਛੱਡ ਕੇ ਭਰਾ ਕੋਲ ਆ ਕੇ ਬੈਠ ਗਈ। ਭਰਾ ਮੈਨੂੰ ਪੜ੍ਹਾਈ ਬਾਰੇ ਪੁੱਛਣ ਲੱਗਿਆ, ਜਦ ਕਿ ਮੇਰਾ ਸਾਰਾ ਧਿਆਨ ਭਾਬੀ ਦੀ ਲੱਤ ਤੇ ਸੀ। ਉਹ ਭਰਾ ਕੋਲ ਆਉਣ ਤੋਂ ਪਾਸਾ ਵੱਟ ਰਹੀ ਸੀ ਤੇ ਬੜੀ ਮੁਸ਼ਕਿਲ ਨਾਲ ਕੋਸ਼ਿਸ਼ ਕਰ ਰਹੀ ਸੀ ਕਿ ਉਹ ਲੰਗੜਾ ਕੇ ਨਾ ਤੁਰੇ। ਭਰਾ ਨੇ ਜਦੋਂ ਮੈਨੂੰ ਇਸ ਤਰ੍ਹਾਂ ਸੋਚ ਵਿੱਚ ਗੁੰਮ ਦੇਖਿਆ ਤਾਂ ਮੇਰੀ ਪਰੇਸ਼ਾਨੀ ਦੀ ਵਜ੍ਹਾ ਪੁੱਛਣ ਲੱਗੇ। ਮੈਂ ਬਿਨਾਂ ਕੁਝ ਸੋਚੇ ਹੀ ਵੀਰੇ ਨੂੰ ਦੱਸ ਦਿੱਤਾ ਕਿ ਨਿਸ਼ਾ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਹੈ। ਭਰਾ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ। ਫਿਰ ਉਹਨਾਂ ਨੇ ਨਿਸ਼ਾ ਨੂੰ ਆਵਾਜ਼ ਦੇ ਕੇ ਬਾਹਰ ਬੁਲਾਇਆ ਤੇ ਬੋਲੇ, ਤੂੰ ਹਰ ਵੇਲੇ ਕਮਰੇ ਵਿੱਚ ਕਿਉਂ ਵੜੀ ਰਹਿਨੀ ਹੈ। ਵੀਰੇ ਦੇ ਸ਼ਬਦ ਹਾਲੇ ਮੂੰਹ ਵਿੱਚ ਹੀ ਸਨ ਕਿ ਨਿਸ਼ਾ ਜ਼ੋਰ-ਜ਼ੋਰ ਨਾਲ ਰੋਂਦੇ ਹੋਏ ਬੋਲੀ, ਪਿਤਾ ਜੀ ਖੁਦ ਤਾਂ ਇਸ ਦੁਨੀਆ ਤੋਂ ਚਲੇ ਗਏ, ਪਰ ਮੈਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਛੱਡ ਗਏ। ਭਰਾ ਕਹਿੰਦਾ ਹੈ ਕਮਰੇ ਵਿੱਚ ਨਾ ਬੈਠੋ, ਭਾਬੀ ਕਹਿੰਦੀ ਹੈ ਘਰ ਦੇ ਕੰਮ ਵਿੱਚ ਹੱਥ ਵਟਾਓ, ਜਦ ਕਿ ਮੇਰੀ ਭੈਣ ਤਾਂ ਮੇਰੀ ਦੁਸ਼ਮਣ ਹੀ ਬਣੀ ਹੋਈ ਹੈ। ਭਰਾ ਨਿਸ਼ਾ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਏ। ਫਿਰ ਭਰਾ ਉੱਠ ਕੇ ਤੇ ਨਿਸ਼ਾ ਨੂੰ ਗਲ ਨਾਲ ਲਾ ਕੇ ਪਿਆਰ ਨਾਲ ਬੋਲੇ, ਨਿਸ਼ਾ ਤੂੰ ਜਾਣਦੀ ਹੈ ਕਿ ਮੈਂ ਤੈਨੂੰ ਕਦੇ ਵੀ ਆਪਣੀ ਭੈਣ ਨਹੀਂ ਸਮਝਿਆ, ਹਮੇਸ਼ਾ ਆਪਣੀ ਧੀ ਹੀ ਮੰਨਿਆ ਹੈ। ਫਿਰ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਸੋਚ ਰਹੀ ਹੈ। ਨਿਸ਼ਾ ਕੁਝ ਵੀ ਬੋਲੇ ਬਿਨਾਂ ਸਿਰਫ ਰੋਂਦੀ ਹੀ ਰਹੀ। ਅਸੀਂ ਸਾਰੇ ਪਰੇਸ਼ਾਨ ਹੋ ਗਏ। ਫਿਰ ਅਚਾਨਕ ਹੀ ਉਸਨੇ ਆਪਣੇ ਹੰਝੂ ਪੂੰਝ ਲਏ ਤੇ ਸਾਡੇ ਸਾਰਿਆਂ ਤੋਂ ਮਾਫੀ ਮੰਗ ਕੇ ਆਪਣੇ ਕਮਰੇ ਵਿੱਚ ਚਲੀ ਗਈ। ਭਰਾ ਨੇ ਭਾਬੀ ਨੂੰ ਆਵਾਜ਼ ਦੇ ਕੇ ਬੁਲਾਇਆ ਤੇ ਬੋਲੇ, ਸ਼ੀਤਲ ਅੱਜ ਕੱਲ੍ਹ ਨਿਸ਼ਾ ਘਰ ਵਿੱਚ ਹੀ ਹੁੰਦੀ ਹੈ, ਇਹ ਇੰਨੀ ਚਿੜਚਿੜੀ ਕਿਉਂ ਹੋ ਗਈ ਹੈ, ਕੀ ਕੋਈ ਗੱਲ ਹੋਈ ਹੈ। ਭਾਬੀ ਦਾ ਚਿਹਰਾ ਇੱਕਦਮ ਹੀ ਚਿੱਟਾ ਪੈ ਚੁੱਕਿਆ ਸੀ। ਉਹ ਬਹੁਤ ਡਰੀ ਹੋਈ ਲੱਗ ਰਹੀ ਸੀ। ਭਾਬੀ ਬੋਲੀ, ਸੁਨੀਲ, ਨਿਸ਼ਾ ਹਰ ਵੇਲੇ ਆਪਣੇ ਕਮਰੇ ਵਿੱਚ ਹੀ ਬੈਠੀ ਰਹਿੰਦੀ ਹੈ, ਇਸ ਲਈ ਮੈਂ 1-2 ਵਾਰ ਉਸ ਨੂੰ ਕਿਹਾ ਕਿ ਘਰ ਦੇ ਕੰਮਾਂ ਵਿੱਚ ਮੇਰੀ ਮਦਦ ਕਰ ਦਿਆ ਕਰੋ ਤੇ ਇਸ ਤਰ੍ਹਾਂ ਤੂੰ ਬੋਰ ਵੀ ਨਹੀਂ ਹੋਵੇਂਗੀ। ਸ਼ਾਇਦ ਉਸ ਨੂੰ ਮੇਰੀ ਗੱਲ ਬੁਰੀ ਲੱਗ ਗਈ ਹੋਣੀ ਹੈ। ਭਰਾ ਕੁਝ ਸੋਚਣ ਲੱਗੇ, ਜਦੋਂ ਕਿ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਭਾਬੀ ਸਾਡੇ ਤੋਂ ਕੁਝ ਛੁਪਾ ਰਹੀ ਹੈ। ਗੱਲ ਐਨੀ ਹੀ ਨਹੀਂ ਸੀ।
ਕੁਝ ਨਾ ਕੁਝ ਗੜਬੜ ਜ਼ਰੂਰ ਸੀ। ਅਗਲੇ ਦਿਨ ਭਰਾ ਸਾਡੇ ਕਮਰੇ ਵਿੱਚ ਟੀਵੀ ਲਗਾ ਕੇ ਆਏ। ਵਧੀਆ ਵਧੀਆ ਮੂਵੀਜ਼ ਲੈ ਆਏ, ਕਿਤਾਬਾਂ ਤੇ ਨਾਵਲ ਵੀ ਲੈ ਆਏ ਤੇ ਭਰਾ ਨੇ ਨਿਸ਼ਾ ਦੇ ਹੱਥ ਵਿੱਚ ਫੜਾ ਦਿੱਤੇ ਤੇ ਬੋਲੇ, ਅੱਜ ਤੋਂ ਬਾਅਦ ਤੂੰ ਘਰ ਵਿੱਚ ਬੋਰ ਨਹੀਂ ਹੋਵੇਂਗੀ। ਤੇ ਕੈਮਰ ਭਾਬੀ ਦੇ ਹੱਥ ਵਿੱਚ ਫੜਾ ਕੇ ਬੋਲੇ, ਸ਼ੀਤਲ ਤੂੰ ਤੇ ਸੁਨੇਹਾ ਕੈਮਰ ਖੇਡ ਲਿਆ ਕਰੋ। ਇਹ ਦੇਖ ਕੇ ਭਾਬੀ ਵੀ ਮੁਸਕਰਾਈ। ਮੈਂ ਜਦੋਂ ਕਮਰੇ ਵਿੱਚ ਆਈ, ਨਿਸ਼ਾ ਮੈਨੂੰ ਬੜੇ ਜੋਸ਼ ਵਿੱਚ ਲੱਗ ਰਹੀ ਸੀ। ਉਹ ਬੋਲੀ, ਸੁਨੇਹਾ ਮੈਂ ਸਾਰਾ ਦਿਨ ਫਿਲਮਾਂ ਦੇਖਾਂਗੀ ਤੇ ਤੂੰ ਪੜ੍ਹਾਈ ਵਿੱਚ ਧਿਆਨ ਲਗਾਈ ਰੱਖਣਾ। ਮੈਂ ਦੇਰ ਰਾਤ ਤੱਕ ਜਾ ਕੇ ਪੜ੍ਹਦੀ ਸੀ। ਇੱਕ ਦਿਨ ਮੈਂ ਪੜ੍ਹਾਈ ਕਰ ਰਹੀ ਸੀ, ਉਦੋਂ ਮੈਂ ਭਾਬੀ ਨੂੰ ਆਪਣੇ ਕਮਰੇ ਤੋਂ ਨਿਕਲਦੇ ਹੋਏ ਦੇਖਿਆ। ਉਹ ਤੇਜ਼ ਕਦਮਾਂ ਨਾਲ ਚੱਲਦੇ ਹੋਏ ਛੱਤ ਤੇ ਚਲੀ ਗਈ। ਨਾ ਜਾਣੇ ਇੰਨੀ ਰਾਤ ਉਹ ਛੱਤ ਤੇ ਕੀ ਕਰਨ ਗਈ ਸੀ। ਮੈਂ ਤਾਂ ਬੜੀ ਪਰੇਸ਼ਾਨ ਹੋ ਗਈ। ਮੈਂ ਪੜ੍ਹਾਈ ਵਗੈਰਾ ਸਭ ਭੁੱਲ ਕੇ ਬਾਹਰ ਹੀ ਦੇਖਦੀ ਰਹਿ ਗਈ। ਤਕਰੀਬਨ 1 ਘੰਟਾ ਛੱਤ ਤੇ ਬਿਤਾਉਣ ਤੋਂ ਬਾਅਦ ਭਾਬੀ ਵਾਪਸ ਆਪਣੇ ਕਮਰੇ ਵਿੱਚ ਚਲੀ ਗਈ। ਆਖਰ ਇਹ ਸਭ ਕੀ ਹੋ ਰਿਹਾ ਹੈ? ਮੈਂ ਇਸ ਫਿਕਰ ਵਿੱਚ ਡੁੱਬਦੀ ਜਾ ਰਹੀ ਸੀ ਕਿ ਮੇਰਾ ਮਨ ਪੜ੍ਹਾਈ ਵਿੱਚ ਨਹੀਂ ਲੱਗ ਰਿਹਾ ਸੀ। ਅਗਲੇ ਦਿਨ ਮੈਂ ਕਾਲਜ ਤੋਂ ਜਿਵੇਂ ਹੀ ਵਾਪਸ ਆਈ, ਆਉਂਦੇ ਹੀ ਭਾਬੀ ਨੇ ਮੈਨੂੰ ਪੈਸੇ ਫੜਾ ਦਿੱਤੇ ਤੇ ਫਿਰ ਮੈਨੂੰ ਉਹੀ ਕਿਲੋ ਦਾਲ ਲਿਆਉਣ ਲਈ ਭੇਜ ਦਿੱਤਾ। ਮੈਂ ਕੱਪੜੇ ਬਦਲਣ ਲਈ ਕਮਰੇ ਵਿੱਚ ਗਈ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਨਿਸ਼ਾ ਫਿਰ ਤੋਂ ਫਸਟ ਈਅਰ ਦੀਆਂ ਕਿਤਾਬਾਂ ਪੜ੍ਹ ਰਹੀ ਸੀ। ਮੈਨੂੰ ਦੇਖ ਕੇ ਉਹ ਇਸ ਤਰ੍ਹਾਂ ਚੌਂਕ ਗਈ ਕਿ ਝੱਟ ਤੋਂ ਕਿਤਾਬਾਂ ਸਮੇਤ ਕਮਰੇ ਤੋਂ ਬਾਹਰ ਨਿਕਲ ਗਈ। ਮੈਂ ਸੋਚਿਆ ਪਹਿਲਾਂ ਭਾਬੀ ਨੂੰ ਦਾਲ ਲਿਆ ਦੇਵਾਂ, ਫਿਰ ਨਿਸ਼ਾ ਨੂੰ ਤਾਂ ਬਾਅਦ ਵਿੱਚ ਦੇਖਾਂਗੀ। ਮੈਂ ਦਾਲ ਲੈ ਆਈ ਤਾਂ ਭਾਬੀ ਨੇ ਮੈਥੋਂ ਦਾਲ ਦਾ ਥੈਲਾ ਲੈ ਲਿਆ। ਕੋਈ ਵੀ ਗੱਲ ਕੀਤੇ ਬਿਨਾਂ ਆਪਣੇ ਕਮਰੇ ਵਿੱਚ ਚਲੀ ਗਈ ਤੇ ਅੰਦਰੋਂ ਦਰਵਾਜ਼ਾ ਬੰਦ ਕਰਕੇ ਕੁੰਡੀ ਲਗਾ ਲਈ। ਮੈਂ ਨਿਸ਼ਾ ਦੀ ਖਬਰ ਲੈਣ ਲਈ ਕਮਰੇ ਵਿੱਚ ਗਈ ਤਾਂ ਉਹ ਬੋਲੀ, ਤੂੰ ਭਾਬੀ ਨੂੰ ਇਹ ਰੋਜ਼-ਰੋਜ਼ ਦਾਲ ਨਾ ਲਿਆ ਕੇ ਦਿਆ ਕਰ। ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਉਹ ਅਜਿਹਾ ਕਿਉਂ ਕਹਿ ਰਹੀ ਹੈ। ਤਾਂ ਮੈਂ ਉਸ ਨੂੰ ਪੁੱਛਿਆ, ਕਿਉਂ ਕੀ ਹੋਇਆ? ਨਿਸ਼ਾ ਛੇਤੀ ਉੱਠ ਕੇ ਮੇਰੇ ਕੋਲ ਆਈ ਤੇ ਮੇਰੇ ਕੰਨਾਂ ਵਿੱਚ ਅਜਿਹੀ ਗੱਲ ਕਹੀ ਕਿ ਮੇਰਾ ਤਾਂ ਸਿਰ ਚਕਰਾਉਣ ਲੱਗਿਆ। ਮੈਂ ਨਿਸ਼ਾ ਦੀ ਗੱਲ ਨੂੰ ਝੂਠੀ ਵੀ ਨਹੀਂ ਕਹਿ ਸਕਦੀ ਸੀ ਕਿਉਂਕਿ ਉਹ ਸਾਰਾ ਦਿਨ ਘਰ ਵਿੱਚ ਹੀ ਰਹਿੰਦੀ ਸੀ। ਉਸ ਨੂੰ ਤਾਂ ਭਾਬੀ ਦੇ ਹਰ ਕੰਮ ਦੀ ਪੂਰੀ ਜਾਣਕਾਰੀ ਹੁੰਦੀ ਸੀ। ਮੈਂ ਨਿਸ਼ਾ ਨੂੰ ਸਹੁੰ ਦੇ ਕੇ ਮਨਾ ਕਰ ਦਿੱਤਾ ਕਿ ਉਹ ਫਿਲਹਾਲ ਇਹ ਗੱਲ ਕਿਸੇ ਨੂੰ ਨਾ ਦੱਸੇ। ਮੈਂ ਖੁਦ ਇਸ ਮਾਮਲੇ ਦੀ ਤਹਿਕੀਕਾਤ ਕਰਾਂਗੀ, ਫਿਰ ਸੱਚ ਸਾਹਮਣੇ ਆ ਜਾਣ ਤੋਂ ਬਾਅਦ ਹੀ ਕੁਝ ਫੈਸਲਾ ਕਰਾਂਗੇ। ਮੈਂ ਪੜ੍ਹਨ ਲਈ ਬੈਠ ਗਈ ਤੇ ਨਿਸ਼ਾ ਛੱਤ ਤੇ ਚਲੀ ਗਈ। ਪੜ੍ਹਾਈ ਵਿੱਚ ਮੇਰਾ ਮਨ ਬਿਲਕੁਲ ਨਹੀਂ ਸੀ ਲੱਗ ਰਿਹਾ। ਮੈਂ ਨਿਸ਼ਾ ਤੇ ਭਾਬੀ ਦੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਸੀ। ਉਹ ਦੋਵੇਂ ਹੀ ਬੜੀਆਂ ਅਜੀਬ ਜਿਹੀਆਂ ਹਰਕਤਾਂ ਕਰ ਰਹੀਆਂ ਸਨ। ਮੈਂ ਆਪਣੀਆਂ ਸੋਚਾਂ ਵਿੱਚ ਗੁੰਮ ਸੀ ਕਿ ਉਦੋਂ ਹੀ ਭਾਬੀ ਕਮਰੇ ਤੋਂ ਬਾਹਰ ਆਈ ਤੇ ਉਸੇ ਤਰ੍ਹਾਂ ਲੰਗੜਾਉਂਦੇ ਹੋਏ ਚੱਲ ਰਹੀ ਸੀ। ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗਿਆ। ਮੈਂ ਕਿਹਾ, ਭਾਬੀ ਦਾਲ ਕਿੱਥੇ ਗਈ? ਭਾਬੀ ਬੋਲੀ, ਉਹ ਤਾਂ ਮੈਂ ਖਾ ਲਈ, ਬੜੀ ਹੀ ਵਧੀਆ ਸੀ। ਤਾਂ ਇਹ ਸੁਣ ਕੇ ਮੈਂ ਚੁੱਪ ਹੋ ਗਈ। ਫਿਰ ਭਾਬੀ ਲੰਗੜਾ ਕੇ ਚੱਲਦੀ ਹੋਈ ਘਰ ਦਾ ਕੰਮ ਕਰਨ ਲੱਗੀ ਤੇ ਅਚਾਨਕ ਮੁੜ ਕੇ ਬੋਲੀ, ਨਿਸ਼ਾ ਕਿੱਥੇ ਹੈ? ਮੈਂ ਦੱਸਿਆ ਕਿ ਉਹ ਤਾਂ ਛੱਤ ਤੇ ਗਈ ਹੈ। ਇਹ ਸੁਣ ਕੇ ਭਾਬੀ ਦੇ ਚਿਹਰੇ ਦਾ ਰੰਗ ਅਚਾਨਕ ਤੋਂ ਉੱਡ ਗਿਆ। ਉਹ ਲੰਗੜਾਉਂਦੇ ਹੋਏ ਛੱਤ ਵੱਲ ਜਾਣ ਹੀ ਲੱਗੀ ਸੀ ਕਿ ਮੈਂ ਆਪਣਾ ਸਿਰ ਪਟਕ ਦਿੱਤਾ ਤੇ ਆਪਣੀਆਂ ਕਿਤਾਬਾਂ ਚੁੱਕ ਲਈਆਂ। ਇਹ ਦੋਵੇਂ ਤਾਂ ਪਾਗਲ ਨੇ, ਮੈਨੂੰ ਵੀ ਪਾਗਲ ਕਰ ਦੇਣਗੇ। ਪਰ ਮੇਰਾ ਮਨ ਪੜ੍ਹਾਈ ਵਿੱਚ ਨਹੀਂ ਲੱਗ ਰਿਹਾ ਸੀ। ਭਾਬੀ ਨੂੰ ਛੱਤ ਤੇ ਗਏ ਹੋਏ ਬਹੁਤ ਦੇਰ ਹੋ ਗਈ ਸੀ। ਮੈਂ ਵੀ ਉਹਨਾਂ ਦੋਵਾਂ ਦੇ ਪਿੱਛੇ ਹੀ ਛੱਤ ਤੇ ਚਲੀ ਗਈ। ਪੌੜੀਆਂ ਤੋਂ ਚੜ੍ਹਦੇ ਹੋਏ ਮੈਂ ਭਾਬੀ ਦੀ ਆਵਾਜ਼ ਆਸਾਨੀ ਨਾਲ ਸੁਣ ਸਕਦੀ ਸੀ। ਭਾਬੀ ਨਿਸ਼ਾ ਨੂੰ ਬੁਰੀ ਤਰ੍ਹਾਂ ਨਾਲ ਝਿੜਕ ਰਹੀ ਸੀ। ਨਿਸ਼ਾ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਮੈਂ ਜਿਵੇਂ ਹੀ ਛੱਤ ਤੇ ਪਹੁੰਚੀ ਤਾਂ ਭਾਬੀ ਮੈਨੂੰ ਦੇਖ ਕੇ ਡਰ ਗਈ ਤੇ ਉਹਨਾਂ ਨੇ ਨਿਸ਼ਾ ਨੂੰ ਆਪਣੇ ਗਲ ਨਾਲ ਲਾ ਲਿਆ। ਪਿਆਰ ਨਾਲ ਬੋਲੀ, ਕੈਰਮ ਨਹੀਂ ਖੇਡੇਂਗੀ? ਭਾਬੀ ਦੇ ਨਾਲ ਹੀ ਨਿਸ਼ਾ ਨੇ ਵੀ ਆਪਣੇ ਹੰਝੂ ਪੂੰਝ ਲਏ ਤੇ ਜ਼ਬਰਦਸਤੀ ਮੁਸਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਉਹਨਾਂ ਦੋਵਾਂ ਨੂੰ ਹੈਰਾਨੀ ਨਾਲ ਦੇਖ ਰਹੀ ਸੀ। ਮੈਂ ਨਿਸ਼ਾ ਦਾ ਹੱਥ ਫੜ ਕੇ ਉਸ ਨੂੰ ਖਿੱਚਦੇ ਹੋਏ ਥੱਲੇ ਲੈ ਆਈ। ਕਮਰੇ ਵਿੱਚ ਆਉਣ ਤੋਂ ਬਾਅਦ ਉਸ ਨੂੰ ਪੁੱਛਿਆ ਕਿ ਭਾਬੀ ਤੈਨੂੰ ਝਿੜਕ ਕਿਉਂ ਰਹੀ ਸੀ? ਨਿਸ਼ਾ ਘਬਰਾ ਗਈ ਤੇ ਬੋਲੀ, ਨਹੀਂ ਤਾਂ ਭਾਬੀ ਮੈਨੂੰ ਕਿਉਂ ਝਿੜਕੇਗੀ, ਬਲਕਿ ਉਹ ਤਾਂ ਮੈਨੂੰ ਬਹੁਤ ਪਿਆਰ ਕਰਦੀ ਹੈ। ਮੈਂ ਕੁਝ ਸੋਚ ਕੇ ਚੁੱਪ ਹੋ ਗਈ। ਮੈਂ ਕਿਹਾ, ਨਿਸ਼ਾ ਮੈਨੂੰ ਤੇਰੀ ਮਦਦ ਦੀ ਲੋੜ ਹੈ। ਮੈਂ ਭਾਬੀ ਦਾ ਰਾਜ਼ ਜਾਣਨਾ ਚਾਹੁੰਦੀ ਹਾਂ। ਉਸ ਦਿਨ ਤੂੰ ਮੈਨੂੰ ਜੋ ਗੱਲ ਦੱਸੀ ਸੀ ਉਹ ਸਿਰਫ ਤੇਰਾ ਵਹਿਮ ਨਹੀਂ ਸੀ, ਪਰ ਮੈਂ ਚਾਹੁੰਦੀ ਹਾਂ
ਕਿ ਤੂੰ ਮੈਨੂੰ ਉਸ ਦਾ ਸਬੂਤ ਲਿਆ ਕੇ ਦੇ। ਕੱਲ ਜਦੋਂ ਮੈਂ ਭਾਬੀ ਨੂੰ ਦਾਲ ਲਿਆ ਕੇ ਦੇਵਾਂ ਤਾਂ ਤੂੰ ਭਾਬੀ ਦੇ ਕਮਰੇ ਵਿੱਚ ਛੁਪ ਕੇ ਦੇਖਣਾ ਕਿ ਉਹ ਦਾਲ ਕਿਵੇਂ ਖਾਂਦੀ ਹੈ ਤੇ ਫਿਰ ਉਸ ਨੂੰ ਲੰਗੜਾ ਕੇ ਕਿਉਂ ਚੱਲਦੀ ਹੈ। ਮੇਰੀ ਗੱਲ ਸੁਣ ਕੇ ਨਿਸ਼ਾ ਇੱਕਦਮ ਤੋਂ ਮੁਸਕਰਾਈ। ਉਹ ਬੋਲੀ, ਸੁਨੇਹਾ ਠੀਕ ਹੈ, ਮੈਂ ਤੇਰਾ ਸਾਥ ਦੇਵਾਂਗੀ। ਅਗਲੇ ਦਿਨ ਕਾਲਜ ਤੋਂ ਵਾਪਸ ਆਉਂਦੇ ਸਮੇਂ ਮੈਂ ਆਪਣੇ ਦਿਮਾਗ ਵਿੱਚ ਸਾਰਾ ਪਲਾਨ ਫਿੱਟ ਕਰਕੇ ਆਈ। ਘਰ ਪਹੁੰਚੀ ਤਾਂ ਮੇਰੀ ਭਾਬੀ ਨੂੰ ਮੇਰੀ ਉਡੀਕ ਕਰਦੇ ਹੋਏ ਪਾਇਆ। ਉਹ ਬੋਲੀ, ਸੁਨੇਹਾ ਛੇਤੀ ਮੈਨੂੰ ਦਾਲ ਲਿਆ ਦਿਓ। ਮੈਂ ਹੱਥ ਮੂੰਹ ਧੋਣ ਲਈ ਕਮਰੇ ਵਿੱਚ ਚਲੀ ਗਈ ਤੇ ਨਿਸ਼ਾ ਨੂੰ ਵੀ ਸਮਝਾ ਦਿੱਤਾ ਕਿ ਜਿਵੇਂ ਹੀ ਭਾਬੀ ਨੂੰ ਆਵਾਜ਼ ਦੇ ਕੇ ਬੁਲਾਵਾਂ ਤੂੰ ਉਸ ਦੇ ਕਮਰੇ ਵਿੱਚ ਛੁਪ ਜਾਣਾ। ਉਸ ਨੇ ਕਿਹਾ, ਠੀਕ ਹੈ। ਮੈਂ ਭਾਬੀ ਨੂੰ ਆਵਾਜ਼ ਮਾਰੀ ਤੇ ਕਿਹਾ, ਦਾਲ ਹੁਣ ਮਹਿੰਗੀ ਹੋ ਗਈ ਹੈ, ਥੋੜੇ ਪੈਸੇ ਹੋਰ ਦੇਣਾ। ਭਾਬੀ ਮੁਸਕਰਾਉਂਦੇ ਹੋਏ ਬੋਲੀ, ਫਿਰ ਕੀ ਹੋਇਆ, ਮੈਂ ਹੁਣੇ ਲਿਆ ਕੇ ਦਿੰਨੀ ਆ। ਤੇ ਇੰਨੀ ਦੇਰ ਵਿੱਚ ਨਿਸ਼ਾ ਭਾਬੀ ਦੇ ਕਮਰੇ ਵਿੱਚ ਛੁਪ ਗਈ। ਮੈਂ ਦਾਲ ਲੈ ਆਈ। ਭਾਬੀ ਨੇ ਖੁਸ਼ੀ-ਖੁਸ਼ੀ ਉਹ ਦਾਲ ਲੈ ਲਈ ਤੇ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਬਾਹਰ ਵਿਹੜੇ ਵਿੱਚ ਬੇਚੈਨ ਹੋ ਕੇ ਚੱਕਰ ਕੱਟ ਰਹੀ ਸੀ। 1 ਘੰਟੇ ਬਾਅਦ ਭਾਬੀ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਉਹ ਉਸੇ ਤਰ੍ਹਾਂ ਹੀ ਲੰਗੜਾਉਂਦੇ ਹੋਏ ਬਾਹਰ ਆਈ। ਇਹ ਦੇਖ ਕੇ ਮੈਂ ਹੋਰ ਹੈਰਾਨ ਰਹਿ ਗਈ ਕਿ ਨਿਸ਼ਾ ਵੀ ਲੰਗੜਾਉਂਦੇ ਹੋਏ ਚੱਲ ਰਹੀ ਸੀ। ਮੈਂ ਨਿਸ਼ਾ ਦਾ ਹੱਥ ਫੜਿਆ ਤੇ ਪੁੱਛਿਆ ਕਿ ਨਿਸ਼ਾ ਜਲਦੀ ਦੱਸ, ਤੂੰ ਕੀ ਦੇਖਿਆ? ਤੈਨੂੰ ਕੀ ਪਤਾ ਲੱਗਿਆ? ਨਿਸ਼ਾ ਬੜੀ ਪਰੇਸ਼ਾਨ ਜਿਹੀ ਲੱਗ ਰਹੀ ਸੀ। ਉਹ ਬੋਲੀ, ਸੁਨੇਹਾ ਮੈਂ ਤਾਂ ਤੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਭਾਬੀ ਸਾਡੇ ਤੋਂ ਲੁਕ ਛਿਪ ਕੇ ਘਰੋਂ ਬਾਹਰ ਜਾਂਦੀ ਹੈ, ਪਰ ਤੂੰ ਮੇਰਾ ਵਿਸ਼ਵਾਸ ਨਹੀਂ ਕੀਤਾ। ਉਹ ਖਿੜਕੀ ਬਹੁਤ ਛੋਟੀ ਹੈ, ਉਸ ਚੋਂ ਨਿਕਲਦੇ ਸਮੇਂ ਚੋਟ ਲੱਗ ਜਾਂਦੀ ਹੈ, ਇਸ ਲਈ ਭਾਬੀ ਲੰਗੜਾ ਕੇ ਚੱਲਦੀ ਹੈ। ਮੈਂ ਵੀ ਉਸ ਖਿੜਕੀ ਵਿੱਚੋਂ ਨਿਕਲ ਕੇ ਭਾਬੀ ਦੇ ਪਿੱਛੇ ਜਾਣਾ ਚਾਹੁੰਦੀ ਸੀ, ਪਰ ਇਸ ਚੋਟ ਦੀ ਵਜ੍ਹਾ ਨਾਲ ਮੈਂ ਵਾਪਸ ਆ ਗਈ। ਮੈਂ ਨਿਸ਼ਾ ਨੂੰ ਸਹੁੰ ਦਿੱਤੀ ਸੀ ਕਿ ਉਹ ਭਰਾ ਨੂੰ ਇਸ ਬਾਰੇ ਕੁਝ ਨਾ ਦੱਸੇ। ਉਹ ਬੋਲੀ, ਮੈਂ ਪਾਗਲ ਥੋੜ੍ਹੀ ਹਾਂ ਜੋ ਭਰਾ ਦਾ ਘਰ ਉਜਾੜਾਂਗੀ। ਮੈਂ ਨਿਸ਼ਾ ਨੂੰ ਇੱਕ ਕਿਤਾਬ ਦਿੱਤੀ ਤੇ ਕਿਹਾ, ਇਸ ਨੂੰ ਪੜ੍ਹ ਲੈਣਾ। ਮੈਂ ਉਸ ਦਾ ਛੋਟਾ ਜਿਹਾ ਦਿਮਾਗ ਦੂਜੇ ਪਾਸੇ ਘੁਮਾਉਣਾ ਚਾਹੁੰਦੀ ਸੀ, ਜਦਕਿ ਮੈਂ ਖੁਦ ਇਸ ਦੁਬਿਧਾ ਵਿੱਚ ਫਸ ਗਈ ਕਿ ਭਰਾ ਨੂੰ ਦੱਸਾਂ ਜਾਂ ਨਾ ਦੱਸਾਂ। ਭਾਬੀ ਸਾਡੇ ਨਾਲ ਤਾਂ ਬੜੀ ਚੰਗੀ ਤਰ੍ਹਾਂ ਰਹਿੰਦੀ ਸੀ, ਪਰ ਉਹ ਮੇਰੇ ਭਰਾ ਨਾਲ ਬੇਵਫਾਈ ਕਰ ਰਹੀ ਸੀ। ਇਹੀ ਸੋਚਦੇ ਸੋਚਦੇ ਮੇਰੀ ਅੱਖ ਲੱਗ ਗਈ। ਨਾ ਜਾਣੇ ਮੈਂ ਕਿੰਨੀ ਦੇਰ ਤੱਕ ਸੋਚਦੀ ਰਹੀ। ਜਦੋਂ ਭਰਾ ਦੇ ਰੌਲੇ ਦੀ ਆਵਾਜ਼ ਸੁਣੀ ਤਾਂ ਮੈਂ ਘਬਰਾ ਕੇ ਉੱਠ ਬੈਠੀ। ਮੇਰੀ ਤਾਂ ਜਾਨ ਹੀ ਨਿਕਲ ਗਈ। ਮੈਂ ਭੱਜਦੇ ਹੋਏ ਬਾਹਰ ਆਈ ਤਾਂ ਵਿਹੜੇ ਵਿੱਚ ਭਰਾ, ਭਾਬੀ ਤੇ ਨਿਸ਼ਾ ਨੂੰ ਦੇਖਿਆ। ਮੈਨੂੰ ਲੱਗਿਆ ਕਿ ਨਿਸ਼ਾ ਨੇ ਭਾਬੀ ਦੀ ਅਸਲੀਅਤ ਭਰਾ ਨੂੰ ਦੱਸ ਦਿੱਤੀ, ਤਾਂ ਹੀ ਤਾਂ ਉਹ ਭਾਬੀ ਤੇ ਗੁੱਸਾ ਕਰ ਰਹੇ ਹਨ। ਮੈਨੂੰ ਦੇਖ ਕੇ ਭਰਾ ਬੋਲੇ ਕਿ ਸੁਨੇਹਾ, ਮੈਂ ਤੈਨੂੰ ਬਹੁਤ ਹੁਸ਼ਿਆਰ ਸਮਝਦਾ ਸੀ, ਪਰ ਤੂੰ ਤਾਂ ਇਸ ਨੂੰ ਵੀ ਨਹੀਂ ਸੰਭਾਲ ਸਕੀ। ਭਰਾ ਦਾ ਇਸ਼ਾਰਾ ਨਿਸ਼ਾ ਵੱਲ ਸੀ। ਮੈਂ ਅੱਗੇ ਵਧੀ ਤੇ ਬੋਲੀ, ਕੀ ਹੋਇਆ ਵੀਰ ਜੀ? ਭਰਾ ਦੀਆਂ ਅੱਖਾਂ ਵਿੱਚ ਹੰਝੂ ਸਨ। ਉਹ ਬੋਲੇ, ਤੂੰ ਨਿਸ਼ਾ ਨੂੰ ਪੁੱਛ ਕੇ ਇਹ ਦੱਸ ਕਿ ਛੱਤ ਤੇ ਕੌਣ ਸੀ ਜੋ ਇਸ ਨੂੰ ਮਿਲਣ ਆਇਆ ਸੀ। ਮੈਂ ਇੱਕਦਮ ਹੀ ਡਰ ਗਈ। ਮੈਂ ਜ਼ੋਰ-ਜ਼ੋਰ ਨਾਲ ਆਪਣਾ ਸਿਰ ਨਾਂਹ ਵਿੱਚ ਹਿਲਾ ਦਿੱਤਾ। ਮੈਂ ਬੋਲੀ, ਨਹੀਂ ਵੀਰ ਜੀ, ਸਾਡੀ ਨਿਸ਼ਾ ਅਜਿਹੀ ਨਹੀਂ ਹੈ, ਜ਼ਰੂਰ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ। ਭਾਬੀ ਵੀ ਅੱਗੇ ਵੱਧ ਕੇ ਬੋਲੀ, ਸੁਨੀਲ, ਤੁਸੀਂ ਬਿਨਾਂ ਕਿਸੇ ਸਬੂਤ ਦੇ ਇੰਨਾ ਗੁੱਸਾ ਨਾ ਕਰੋ। ਬੱਚੀ ਹੈ, ਸੁਧਰ ਜਾਵੇਗੀ। ਭਰਾ ਹੁਣ ਭਾਬੀ ਨੂੰ ਘੂਰ ਰਹੇ ਸਨ। ਉਹ ਬੋਲੇ, ਮੈਂ ਵਿਆਹ ਦੇ ਪਹਿਲੇ ਹੀ ਦਿਨ ਤੈਨੂੰ ਦੱਸਿਆ ਸੀ ਨਾ ਕਿ ਇਹ ਦੋਵੇਂ ਸਿਰਫ ਮੇਰੀਆਂ ਭੈਣਾਂ ਹੀ ਨਹੀਂ, ਬਲਕਿ ਮੈਂ ਇਹਨਾਂ ਨੂੰ ਆਪਣੀਆਂ ਧੀਆਂ ਵੀ ਸਮਝਦਾ ਹਾਂ। ਤੂੰ ਮਾਂ ਬਣ ਕੇ ਇਹਨਾਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰਨਾ। ਕਿ ਇਸ ਤਰ੍ਹਾਂ ਪਾਲਣ ਪੋਸ਼ਣ ਕੀਤਾ ਹੈ ਤੂੰ ਇਸ ਦਾ। ਮੈਂ ਨਿਸ਼ਾ ਦਾ ਹੱਥ ਫੜਿਆ ਤੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਈ। ਮੈਂ ਨਿਸ਼ਾ ਨੂੰ ਕਿਹਾ, ਤੂੰ ਮੈਨੂੰ ਸਭ ਕੁਝ ਸੱਚ-ਸੱਚ ਦੱਸ ਦੇ ਕਿ ਆਖਿਰ ਗੱਲ ਕੀ ਹੈ। ਉਹ ਰੋਂਦੇ ਹੋਏ ਬੋਲੀ ਕਿ ਭਾਬੀ ਚਾਹੁੰਦੀ ਹੈ ਕਿ ਅਸੀਂ ਦੋਵੇਂ ਉਸਦੇ ਪਤੀ ਦਾ ਘਰ ਛੱਡ ਕੇ ਚਲੀਆਂ ਜਾਵਾਂ, ਇਸ ਲਈ ਉਹ ਇਹ ਸਭ ਕਰਕੇ ਸਾਨੂੰ ਆਪਣੇ ਹੀ ਭਰਾ ਦੀਆਂ ਨਜ਼ਰਾਂ ਤੋਂ ਡਿੱਗਣਾ ਚਾਹੁੰਦੀ ਹੈ। ਨਿਸ਼ਾ ਦੀਆਂ ਗੱਲਾਂ ਨੇ ਤਾਂ ਮੈਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਮੈਂ ਕਿਹਾ, ਤੂੰ ਫਿਕਰ ਨਾ ਕਰ, ਸਾਡੇ ਲਈ ਟੋਆ ਪੁੱਟਣ ਵਾਲੀ ਖੁਦ ਹੀ ਉਸ ਟੋਏ ਵਿੱਚ ਡਿੱਗ ਜਾਵੇਗੀ। ਅਗਲੇ ਦਿਨ ਮੈਂ ਭਰਾ ਨਾਲ ਕਾਲਜ ਜਾਣ ਲੱਗੀ ਤਾਂ ਭਰਾ ਬੜੇ ਹੀ ਖਾਮੋਸ਼ ਜਿਹੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਗੁੱਸਾ ਦਿਖਾਈ ਦੇ ਰਿਹਾ ਸੀ। ਮੈਂ ਕਿਹਾ, ਵੀਰੇ, ਅੱਜ ਤੁਸੀਂ ਆਫਿਸ ਤੋਂ ਛੁੱਟੀ ਲੈ ਕੇ ਮੈਨੂੰ ਕਾਲਜ ਤੋਂ ਲੈਣ ਆ ਜਾਣਾ। ਮੈਂ ਇੱਕ ਤੁਹਾਨੂੰ ਹਕੀਕਤ ਦਿਖਾਉਣਾ ਚਾਹੁੰਦੀ ਹਾਂ। ਭਰਾ ਮੈਨੂੰ ਕੁਝ ਕਹੇ ਬਿਨਾਂ ਹੀ ਚਲੇ ਗਏ, ਪਰ ਇਹ ਉਹਨਾਂ ਦੀ ਮਿਹਰਬਾਨੀ ਹੀ ਸੀ ਕਿ ਉਹ ਮੈਨੂੰ ਲੈਣ ਆ ਗਏ। ਮੈਂ ਉਹਨਾਂ ਨੂੰ ਕਿਹਾ ਕਿ ਘਰ ਤੋਂ ਬਾਹਰ ਹੀ ਰਹਿਣਾ ਜਦੋਂ ਤੱਕ ਮੈਂ ਇਸ਼ਾਰਾ ਕਰਕੇ ਤੁਹਾਨੂੰ ਨਾ ਬੁਲਾਵਾਂ। ਮੈਂ ਜਿਵੇਂ ਹੀ ਘਰ ਵਿੱਚ ਵੜੀ, ਭਾਬੀ ਨੇ ਦਾਲ ਦਾ ਆਰਡਰ ਦੇ ਦਿੱਤਾ
ਥੋੜੀ ਦੇਰ ਬਾਅਦ ਜਦੋਂ ਮੈਂ ਦਾਲ ਲੈਣ ਲਈ ਬਾਹਰ ਨਿਕਲੀ ਤਾਂ ਭਰਾ ਅੱਗੇ ਵਧੇ ਤੇ ਬੋਲੇ, ਕਿੱਥੇ ਜਾ ਰਹੀ ਹੈ? ਮੈਂ ਕਿਹਾ, ਬਸ ਅੱਜ ਥੋੜੀ ਦੇਰ ਤੁਸੀਂ ਚੁੱਪ ਰਹੋ, ਅੱਜ ਹਕੀਕਤ ਤੁਹਾਡੇ ਸਾਹਮਣੇ ਆ ਜਾਵੇਗੀ। ਮੈਂ ਦਾਲ ਲੈ ਕੇ ਘਰ ਆ ਗਈ ਤਾਂ ਭਾਬੀ ਨੇ ਥੈਲਾ ਲਿਆ ਤੇ ਆਪਣੇ ਕਮਰੇ ਵਿੱਚ ਚਲੀ ਗਈ। ਮੈਨੂੰ ਤਾਂ ਉਸੇ ਪਲ ਦਾ ਇੰਤਜ਼ਾਰ ਸੀ। ਮੈਂ ਛੇਤੀ ਬਾਹਰ ਆਈ ਤੇ ਆਪਣੇ ਭਰਾ ਨੂੰ ਆਪਣੇ ਨਾਲ ਲੈ ਕੇ ਘਰ ਚਲੀ ਗਈ। ਮੈਂ ਕਿਹਾ, ਵੀਰ ਜੀ ਤੁਸੀਂ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹੋ। ਭਰਾ ਨੇ ਇੱਕ ਤਾਰ ਨਾਲ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਅਸੀਂ ਕਮਰੇ ਅੰਦਰ ਦਾਖਲ ਹੋਏ ਤਾਂ ਭਾਬੀ ਅੰਦਰ ਨਹੀਂ ਸੀ। ਉਸਦੇ ਕਮਰੇ ਦੀ ਖੁਫੀਆ ਖਿੜਕੀ ਖੁੱਲ੍ਹੀ ਸੀ। ਭਰਾ ਨੇ ਉਸ ਖਿੜਕੀ ਤੋਂ ਬਾਹਰ ਦੇਖਿਆ ਤਾਂ ਭਰਾ ਨੂੰ ਭਾਬੀ ਨਜ਼ਰ ਆਈ। ਉਹ ਤੇਜ਼-ਤੇਜ਼ ਚੱਲਦੀ ਹੋਈ ਕਿਤੇ ਜਾ ਰਹੀ ਸੀ। ਭਰਾ ਵੀ ਉਸ ਖਿੜਕੀ ਵਿੱਚੋਂ ਕੁੱਦ ਪਏ ਕਿਉਂਕਿ ਮੈਂ ਤੇ ਨਿਸ਼ਾ ਬੜੀ ਮੁਸ਼ਕਿਲ ਨਾਲ ਉਸ ਖਿੜਕੀ ਤੋਂ ਹੇਠਾਂ ਉਤਰੇ। ਅਸੀਂ ਤਿੰਨੇ ਭਾਬੀ ਦੇ ਪਿੱਛਾ ਕਰਦੇ ਹੋਏ ਦੂਰ ਇੱਕ ਸੁੰਨਸਾਨ ਜਿਹੀ ਜਗ੍ਹਾ ਤੇ ਪਹੁੰਚ ਗਏ। ਉੱਥੇ ਇੱਕ ਬਾਬੇ ਦਾ ਘਰ ਸੀ ਜਿੱਥੇ ਲੋਕ ਤਾਵੀਜ਼ ਬਣਾਉਣ ਲਈ ਆਉਂਦੇ ਸਨ। ਤੇਜ਼-ਤੇਜ਼ ਚੱਲਦੇ ਹੋਏ ਭਾਬੀ ਨੇ ਇੱਕਦਮ ਪਿੱਛੇ ਮੁੜ ਕੇ ਦੇਖਿਆ ਤਾਂ ਸਾਨੂੰ ਤਿੰਨਾਂ ਨੂੰ ਦੇਖ ਕੇ ਉਸਦੇ ਚਿਹਰੇ ਦਾ ਰੰਗ ਹੀ ਉੱਡ ਗਿਆ। ਭਰਾ ਅੱਗੇ ਵਧੇ ਤੇ ਭਾਬੀ ਦਾ ਹੱਥ ਫੜ ਕੇ ਉਸ ਨੂੰ ਘਰ ਲੈ ਆਏ। ਭਰਾ ਦਾ ਗੁੱਸਾ 7ਵੇਂ ਅਸਮਾਨ ਤੇ ਸੀ। ਉਹ ਭਾਬੀ ਨੂੰ ਬੋਲੇ, ਸ਼ੀਤਲ ਅੱਜ ਮੈਂ ਆਪਣੀਆਂ ਅੱਖਾਂ ਨਾਲ ਸਭ ਕੁਝ ਦੇਖ ਲਿਆ ਹੈ। ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਹੈ। ਮੈਨੂੰ ਸਭ ਕੁਝ ਸੱਚ-ਸੱਚ ਦੱਸ ਦੇ। ਤਾਂ ਭਾਬੀ ਬੋਲੀ ਕਿ ਸੁਨੀਲ, ਰੱਬ ਜਾਣਦਾ ਹੈ ਕਿ ਮੈਂ ਤੁਹਾਡੀਆਂ ਦੋਵਾਂ ਭੈਣਾਂ ਨੂੰ ਆਪਣੀਆਂ ਧੀਆਂ ਦੀ ਤਰ੍ਹਾਂ ਹੀ ਮੰਨਿਆ ਹੈ, ਪਰ ਇਹਨਾਂ ਦੀ ਵਜ੍ਹਾ ਨਾਲ ਤੁਸੀਂ ਮੇਰੇ ਤੇ ਸ਼ੱਕ ਕਰਦੇ ਸੀ ਕਿ ਮੈਂ ਇਹਨਾਂ ਦਾ ਖਿਆਲ ਨਹੀਂ ਰੱਖਦੀ। ਇਹਨਾਂ ਦੀ ਵਜ੍ਹਾ ਨਾਲ ਤੁਸੀਂ ਮੈਨੂੰ ਸੁਣਾ ਵੀ ਦਿੰਦੇ ਸੀ ਤਾਂ ਮੈਨੂੰ ਵਹਿਮ ਹੋ ਗਿਆ ਕਿ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ। ਅਜਿਹਾ ਵੀ ਲੱਗਦਾ ਸੀ ਕਿ ਜਿਵੇਂ ਤੁਸੀਂ ਕਿਸੇ ਹੋਰ ਨਾਲ ਪਿਆਰ ਕਰਦੇ ਹੋ ਤੇ ਮੈਨੂੰ ਤਲਾਕ ਦੇ ਦਿਓਗੇ। ਮੈਂ ਆਪਣੀ ਵੱਡੀ ਭੈਣ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਬੋਲੀ ਕਿ ਇੱਕ ਸਾਧੂ ਬਾਬਾ ਹੈ ਜਿਨ੍ਹਾਂ ਦਾ ਮੰਤਰ ਬਹੁਤ ਸ਼ਕਤੀਸ਼ਾਲੀ ਹੈ। ਉਸ ਨਾਲ ਪਤੀ ਮੁੱਠੀ ਵਿੱਚ ਆ ਜਾਂਦਾ ਹੈ। ਇਸ ਲਈ ਮੈਂ ਤੁਹਾਡੇ ਸਾਰਿਆਂ ਤੋਂ ਲੁਕ ਛਿਪ ਕੇ ਉਸ ਸਾਧੂ ਦੇ ਕੋਲ ਜਾਣ ਲੱਗੀ। ਸਾਧੂ ਬਾਬੇ ਨੇ ਕਿਹਾ ਸੀ ਕਿ ਪੂਰੇ 30 ਦਿਨ ਤੱਕ 1 ਕਿਲੋ ਮਸਰ ਦੀ ਦਾਲ ਤੇ ਮੰਤਰ ਦਾ ਪ੍ਰਯੋਗ ਕਰਨਾ ਹੈ ਤੇ ਉਹ ਦਾਲ ਨਹਿਰ ਦੇ ਕਿਨਾਰੇ ਸੁੱਟ ਦੇਣੀ ਹੈ। ਮੈਨੂੰ ਇਹ ਸਭ ਕਰਦੇ ਹੋਏ ਨੂੰ ਪੂਰੇ 25 ਦਿਨ ਹੋ ਚੁੱਕੇ ਹਨ। ਮੈਂ ਤੁਹਾਡੇ ਦੋਵਾਂ ਦੇ ਜਾਣ ਤੋਂ ਬਾਅਦ ਉਸੇ ਮੰਤਰ ਦਾ ਜਾਪ ਕਰਦੀ ਸੀ ਜਿਸ ਦੀ ਵਜ੍ਹਾ ਨਾਲ ਨਿਸ਼ਾ ਤੇ ਧਿਆਨ ਨਾ ਰੱਖ ਸਕੀ। ਮੈਥੋਂ ਗਲਤੀ ਹੋ ਗਈ ਤੇ ਨਿਸ਼ਾ ਆਪਣੇ ਹੀ ਇਲਾਕੇ ਦੇ ਇੱਕ ਅਵਾਰਾ ਮੁੰਡੇ ਰਵੀ ਨਾਲ ਪਿਆਰ ਕਰ ਬੈਠੀ ਹੈ। ਇਹਨਾਂ ਦੋਵਾਂ ਵਿਚਾਲੇ ਚਿੱਠੀਆਂ ਤੇ ਖੱਤਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਮੈਨੂੰ ਨਿਸ਼ਾ ਤੇ ਸ਼ੱਕ ਹੋਇਆ, ਇਸ ਲਈ ਮੈਂ ਅੱਧੀ ਰਾਤ ਨੂੰ ਛੱਤ ਤੇ ਚਲੀ ਗਈ ਤਾਂ ਮੈਨੂੰ ਰਵੀ ਦਾ ਖੱਤ ਨਜ਼ਰ ਆਇਆ। ਉਸ ਵਿੱਚ ਉਸਨੇ ਨਿਸ਼ਾ ਦੀ ਬਹੁਤ ਤਾਰੀਫ ਕੀਤੀ ਹੋਈ ਸੀ। ਮੈਂ ਇਹ ਖੱਤ ਨਿਸ਼ਾ ਨੂੰ ਦਿਖਾਉਂਦੇ ਹੋਏ ਕਿਹਾ ਕਿ ਮੈਂ ਤੇਰੀ ਹਕੀਕਤ ਤੇਰੇ ਭਰਾ ਨੂੰ ਦੱਸ ਦੇਵਾਂਗੀ, ਇਸ ਲਈ ਸਮਾਂ ਰਹਿੰਦੇ ਸੁਧਰ ਜਾ। ਪਰ ਨਿਸ਼ਾ ਤਾਂ ਮੈਨੂੰ ਹੀ ਆਪਣਾ ਦੁਸ਼ਮਣ ਸਮਝਣ ਲੱਗੀ। ਮੈਂ ਇਹ ਠਾਣ ਲਿਆ ਸੀ ਕਿ 30 ਦਿਨਾਂ ਬਾਅਦ ਇਹ ਸਾਰੀ ਪ੍ਰਕਿਰਿਆ ਪੂਰੀ ਹੋ ਜਾਵੇਗੀ ਤੇ ਮੇਰੀ ਮੰਨਤ ਵੀ। ਉਸ ਤੋਂ ਬਾਅਦ ਮੈਂ ਨਿਸ਼ਾ ਨਾਲ ਸਖਤੀ ਨਾਲ ਪੇਸ਼ ਆਵਾਂਗੀ। ਪਰ ਮੇਰਾ ਇਹ ਵਰਤ ਪੂਰਾ ਹੋਣ ਤੋਂ ਪਹਿਲਾਂ ਹੀ ਤੁਸੀਂ ਮੇਰੇ ਇਸ ਰਾਜ ਨੂੰ ਜਾਣ ਚੁੱਕੇ ਹੋ। ਮੈਂ ਤੁਹਾਡੇ ਤੋਂ ਮਾफ़ੀ ਮੰਗਦੀ ਹਾਂ ਕਿ ਮੈਂ ਨਿਸ਼ਾ ਦਾ ਖਿਆਲ ਨਹੀਂ ਰੱਖ ਪਾਈ। ਮੈਂ ਨਿਸ਼ਾ ਵੱਲ ਦੇਖਿਆ ਤਾਂ ਉਹ ਸ਼ਰਮ ਦੇ ਮਾਰੇ ਸਿਰ ਝੁਕਾ ਕੇ ਖੜੀ ਸੀ। ਭਰਾ ਅੱਗੇ ਵੱਧ ਕੇ ਨਿਸ਼ਾ ਦੇ ਸਿਰ ਤੇ ਹੱਥ ਰੱਖ ਕੇ ਬੋਲੇ, ਬੇਟਾ ਜੇ ਰਵੀ ਚੰਗਾ ਮੁੰਡਾ ਹੁੰਦਾ ਤਾਂ ਮੈਂ ਤੇਰਾ ਵਿਆਹ ਉਸ ਨਾਲ ਖੁਦ ਹੀ ਕਰਵਾ ਦਿੰਦਾ, ਪਰ ਉਹ ਬਹੁਤ ਹੀ ਬੁਰਾ ਇਨਸਾਨ ਹੈ। ਇਲਾਕੇ ਦੀ ਹਰ ਕੁੜੀ ਤੇ ਉਸ ਦੀ ਗੰਦੀ ਨਜ਼ਰ ਹੈ। ਨਿਸ਼ਾ ਰੋਣ ਲੱਗੀ ਤੇ ਬੋਲੀ, ਵੀਰ ਜੀ ਘਰ ਵਿੱਚ ਇਕੱਲਾਪਣ ਸੀ, ਇਸ ਦੀ ਵਜ੍ਹਾ ਕਰਕੇ ਮੈਂ ਗਲਤ ਰਸਤੇ ਤੇ ਚੱਲ ਬੈਠੀ, ਵਰਨਾ ਮੈਨੂੰ ਰਵੀ 'ਚ ਕੋਈ ਦਿਲਚਸਪੀ ਨਹੀਂ ਹੈ। ਭਰਾ ਮੁਸਕਰਾ ਪਏ। ਉਹਨਾਂ ਦੇ ਸਿਰ ਤੋਂ ਭਾਰੀ ਬੋਝ ਉਤਰ ਗਿਆ ਸੀ। ਫਿਰ ਉਹਨਾਂ ਨੇ ਉਹਨਾਂ ਦੋਵਾਂ ਨੂੰ ਆਪਣੇ ਕਮਰੇ ਵਿੱਚ ਭੇਜ ਦਿੱਤਾ। ਯਕੀਨਨ ਹੁਣ ਉਹ ਭਾਬੀ ਦੀ ਖਬਰ ਲੈਣ ਵਾਲੇ ਸਨ। ਉਹ ਭਾਬੀ ਨੂੰ ਸਾਡੇ ਸਾਹਮਣੇ ਕਦੇ ਨਹੀਂ ਝਿੜਕਦੇ ਸਨ। ਮੈਂ ਕਿਹਾ, ਵੀਰ ਜੀ ਭਾਬੀ ਨੂੰ ਕੁਝ ਨਾ ਕਹਿਣਾ। ਭਾਬੀ ਰੋਂਦੇ ਹੋਏ ਸਾਡੇ ਦੋਵੇਂ ਭੈਣਾਂ ਦੇ ਗੱਲ ਲੱਗ ਗਈ ਤੇ ਇੱਕ ਵਾਰ ਫਿਰ ਸਾਡੇ ਘਰ ਵਿੱਚ ਪਿਆਰ ਦਾ ਖੁਸ਼ਨੁਮਾ ਮਾਹੌਲ ਬਣ ਚੁੱਕਾ ਸੀ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਏ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ।